अस्सलाम वालेकुम जी। शुक्र करने उस मालिक दा कि जिन्ने सानू अच्छी सेहत ਦਿੱਤੀ ਔਰ ਅੱਜ ਦਾ ਦਿਨ ਨਸੀਬ ਕੀਤਾ ਤੇ ਅਸੀਂ ਇੱਕ ਫੈਮਿਲੀ ਦੀ ਤਰਫ ਆਏ ਹਾਂ ਫੈਸਲਾਬਾਦ। ਇੱਕ ਅਵੈਸ ਭਾਈ ਨੇ ਔਰ ਉਹਨਾਂ ਨੇ ਸਾਡਾ ਚੈਨਲ ਵੇਖ ਕੇ ਸਾਡੇ ਨਾਲ ਰਾਬਤਾ ਕੀਤਾ ਤੇ ਅੱਜ ਅਸੀਂ ਉਹਨਾਂ ਦੇ ਘਰ ਆਏ ਹਾਂ ਤੇ ਉਹਨਾਂ ਦੀ ਜ਼ੁਬਾਨੀ ਸੁਣਨੇ ਆ ਕਿ ਕੀ ਉਹਨਾਂ ਨੂੰ ਪਰੇਸ਼ਾਨੀ। अस्सलाम वालेकुम भाई। वालेकुम अस्सलाम सलाम, वालेकुम। वालेकुम। इधर ਜੀ ਭਾਈ ਤੁਸੀਂ ਜਿਸ ਤਰ੍ਹਾਂ ਕਿ ਸਾਡੇ ਨਾਲ ਰਾਬਤਾ ਕੀਤਾ ਕਿ ਤੁਸੀਂ ਬਹੁਤ ਜ਼ਿਆਦਾ ਰੋ ਰਹੇ ਸੋ ਆਪਣੀਆਂ ਪਰੇਸ਼ਾਨੀਆਂ ਦੱਸ ਰਹੇ ਸੋ ਤੇ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਤੇ ਤੁਹਾਡੀ ਜ਼ੁਬਾਨੀ ਹੀ ਅਸੀਂ ਸੁਣਨਾ ਚਾਹੁੰਦੇ ਹਾਂ ਕਿਉਂਕਿ ਬਹੁਤ ਸਾਰੀਆਂ ਐਸੀਆਂ ਫੈਮਲੀਆਂ ਨੇ ਲੋਕ ਨੇ ਐਸੇ ਜਿਹੜੇ ਸਾਨੂੰ ਵੇਖਦੇ ਨੇ ਔਰ ਅਸੀਂ ਜ਼ਿਆਦਾਤਰ ਇਸ ਲਈ ਅਸੀਂ ਆਪ ਜਾ ਕੇ ਇੰਟਰਵਿਊ ਲੈਂਦੇ ਹਾਂ ਕਿ ਤਾਂ ਕਿ ਲੋਕਾਂ ਨੂੰ ਪਤਾ ਹੋਏ ਕਿ ਅਸੀਂ ਉਹ ਫੈਮਲੀ ਤੱਕ ਪਹੁੰਚੇ ਹੁਣ ਅਸੀਂ ਟੋਬਿਓਂ ਇੱਥੇ ਫੈਸਲਾਬਾਦ ਆਏ ਹਾਂ ਤੁਹਾਡੇ ਵਾਸਤੇ ਇਹ ਤੁਹਾਡੀ ਅਸੀਂ ਵੀਡੀਓ ਬਣਾਈਏ ਔਰ ਜੋ ਵੀ ਹਕੀਕਤ ਹੈ ਤੁਸੀਂ हाँ ਉਹ जी। ਬਿਆਨ ਕਰੋ। बाजी है कि मैं इतना कर्जा बहुत ज़्यादा ਅੱਛਾ। कर्जा बाजी इस तरह कि मैं कुछ ना ਹੂੰ। मेरिया भैनां सीगियां ਵਿਆਹ ਵਾਲੀਆਂ। ਅੱਛਾ। ਹਾਂਜੀ, ਉਹਨਾਂ ਨੂੰ ਸ਼ਾਦੀ ਕੀਤੀਆਂ ਹੂੰ। ਤੇ ਮੇਰੇ ਦੂਸਰੇ ਭੈਣ ਭਰਾ ਵੀ ਹੈਗੇ ਆ ਅੱਛਾ। ਮਗਰ ਉਹਨਾਂ ਨੇ ਨਾ ਮਾਂ ਬਾਪ ਜਾਣੀ ਸਕੇ ਨਹੀਂ ਹੈਗੇ ਮੇਰੇ। ਹੂੰ। ਮਾਂ ਸਾਡੀ ਇੱਕ ਨਹੀਂ ਹੈਗੀ, ਬਾਪ ਸਾਡਾ ਇੱਕੋ ਹੀ ਸੀਗਾ। ਅੱਛਾ। ਉਹ ਇੱਥੇ ਰਹਿੰਦੇ ਉਹਨਾਂ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਹਾਲਾਤਾਂ 'ਚ ਗੁਜ਼ਰ ਰਿਹਾ ਮਗਰ ਹੂੰ। ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਮੈਂ ਆਪਣੀਆਂ ਹੂੰ। ਭੈਣਾਂ ਨੂੰ ਦਿਲ 'ਚ ਦਰਦੇ ਚੁੱਕ ਚੁੱਕ ਕੇ ਵਿਆਹਿਆ, ਹੂੰ। ਉਹਨਾਂ ਦੀਆਂ ਸ਼ਾਦੀਆਂ ਕੀਤੀਆਂ। ਹਾਂਜੀ, ਹੂੰ। ਕੁਛ ਲੋਕਾਂ ਨੇ ਮੇਰੀ ਮਦਦ ਕੀਤੀ, ਹੂੰ। ਉਹਦੇ ਜ਼ਰੀਏ ਮੈਂ ਆਪਣੀ ਭੈਣਾਂ ਨੂੰ ਸ਼ਾਦੀਆਂ ਕੀਤੀਆਂ ਭਾਜੀ। ਉਸ ਤੋਂ ਬਾਅਦ ਮੇਰੀ ਸ਼ਾਦੀ ਆਪਣੀ ਹੋ ਗਈ ਭਾਜੀ। ਹੂੰ। ਮੈਂ ਮੋਟਰਸਾਈਕਲ ਤੇ ਕੰਮ ਤੋਂ ਆ ਰਿਹਾ ਸੀਗਾ ਜੀ। ਤੇ ਮੇਰਾ ਐਕਸੀਡੈਂਟ ਹੋਇਆ ਤਾਂ ਮੇਰੀ ਲੱਤ ਦੀ ਕਮਰ ਦੀ ਹੱਡੀ ਟੁੱਟ ਗਈ ਭਾਜੀ। ਇਹਦੀਆਂ ਮੇਰੇ ਕੋਲ ਰਿਪੋਰਟਾਂ ਵੀ ਪਈਆਂ, ਮੇਰੇ ਕੋਲ ਹਰ ਸ਼ਾਇ ਮਾਰੀ ਰਿਪੋਰਟ, ਡਾਕਟਰ ਦੀ ਰਿਪੋਰਟ, ਜਿਸ ਹਸਪਤਾਲ ਦੇ ਵਿੱਚੋਂ ਮੈਂ ਇਹ ਕੰਮ ਕਰਵਾਇਆ ਵਾ ਭਾਜੀ, ਉਹਨਾਂ ਦੇ ਡਾਕਟਰਾਂ ਦੇ ਮੇਰੇ ਕੋਲ ਸਾਰੀਆਂ ਰਿਪੋਰਟਾਂ ਪਈਆਂ ਤੇ ਭਾਜੀ ਉਹਨਾਂ ਡਾਕਟਰਾਂ ਨੇ ਕਿਹਾ ਕਿ ਕਦੇ ਹੱਲ ਨਾ ਹੋਇਆ ਤੇ ਤੁਹਾਡਾ ਇਹਦਾ ਆਪਰੇਸ਼ਨ ਹੱਲ ਵਾ। ਬਾਜੀ ਉਹ 2.5 ਲੱਖ ਰੁਪਇਆ ਉਹਨਾਂ ਨੂੰ ਆਪਰੇਸ਼ਨ ਦਾ ਮੰਗਿਆ। ਹਾਂਜੀ, ਆਪਰੇਸ਼ਨ ਦਾ ਮੈਂ ਤਾਂ ਬਾਜੀ ਅਗੇ 5-6 ਲੱਖ ਰੁਪਏ ਦੇ ਕਰਜ਼ੇ ਦੇ ਥੱਲੇ ਆਇਆ ਵਾਂ ਤੇ ਮੈਂ 5-6 ਲੱਖ ਰੁਪਇਆ ਮੈਂ ਕਿੱਥੋਂ ਲੈ ਕੇ ਆਵਾਂ ਬਾਜੀ। ਮੇਰੇ ਤੇ ਇੰਨਾ ਕਰਜ਼ਾ ਵਾ ਬਾਜੀ, ਮੈਂ ਕਰਜ਼ੇ ਦੀ ਵਜ੍ਹਾ ਨਾਲ ਇੰਨਾ ਪਰੇਸ਼ਾਨ ਹਾਂ ਕਿ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਮੈਂ ਖੁਦਾ ਦੀ ਕਸਮ ਰਾਤ ਨੂੰ ਉੱਠ ਉੱਠ ਕੇ ਰੋਵਾਂ। ਚਲੋ ਭਾਈ ਤੁਸੀਂ ਪਰੇਸ਼ਾਨ ਨਾ ਹੋਵੋ, ਅੱਲਾ ਸਭ ਬਿਹਤਰ ਕਰੇਗਾ। ਤੇ ਭਾਈ ਇੰਜੀ ਸਾਨੂੰ ਉਦੋਂ ਵੀ ਇਹਨਾਂ ਨੇ ਰੋ ਰੋ ਕੇ ਸਾਨੂੰ ਵੀਡੀਓ ਇੱਕ ਭੇਜੀ ਲੇਕਿਨ ਅਸੀਂ ਕਿਹਾ ਕਿ ਨਹੀਂ ਅਸੀਂ ਖੁਦ ਜਾ ਕੇ ਤੇ ਭਾਈ ਨਾਲ ਗੱਲਬਾਤ ਕਰਾਂਗੇ ਤੇ ਖੁਦ ਉਹਨਾਂ ਕੋਲ ਪੁੱਛਾਂਗੇ ਕਿ ਉਹ ਇਸ ਟਾਈਮ ਕਿਹੜੇ ਹਾਲਾਤ ਦੇ ਵਿੱਚ ਨੇ ਤੇ ਸਾਨੂੰ ਸੁਣ ਕੇ ਬਹੁਤ ਜ਼ਿਆਦਾ ਅਫਸੋਸ ਹੋਇਆ ਸੀ। ਭਾਈ ਤੁਸੀਂ ਪਰੇਸ਼ਾਨ ਨਾ ਹੋਵੋ, ਰੋਵੋ ਨਾ। ਅੱਲਾ ਕੋਈ ਦਾ ਨਹੀਂ। ਅੱਲਾ ਦਾ ਅੱਲਾ ਰਸੂਲ ਜਾਣਦਾ ਬਾਜੀ। ਮੈਂ ਸੁੱਕੀਆਂ ਰੋਟੀਆਂ ਖਾਦੀ ਆਪਣਾ ਟਾਈਮ ਕੱਢਿਆ ਮਗਰ ਆਪਣੇ ਭਰਾਵਾਂ ਨੂੰ ਮੈਂ ਇੱਥੇ ਤੱਕ ਨਹੀਂ ਕਿ ਮੈਨੂੰ ਇੱਕ ਰੋਟੀ ਦੇ ਦਿਓ। ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ। ਸਭ ਨੂੰ ਪਤਾ ਕਿ ਮੈਂ ਕਿੰਨਾ ਕਰਦਾ ਜੋ ਗੁਜ਼ਰੇ। ਮਾਂ ਮੇਰੀ ਬਾਜੀ, ਇਹਨਾਂ ਨੇ ਮੇਰੀ ਮਾਂ ਨੂੰ ਕੱਢ ਕੇ ਘਰੋਂ ਕੱਢ ਦਿੱਤਾ ਸੀ। ਮੇਰੀ ਮਾਂ ਮਰੀ ਵੀ ਸੀ, ਇਹਨਾਂ ਨੇ ਝੂਠ ਬੋਲ ਕੇ ਘਰੋਂ ਕੱਢ ਦਿੱਤਾ ਸੀ। ਉਹਨੇ ਜਾ ਕੇ ਕਿਤੇ ਬਾਹਰ ਫਾਹ ਲੈ ਲਿਆ। ਅੱਛਾ ਤੁਸੀਂ ਪਹਿਲੀ ਮਾਂ ਚੋ ਕਿ ਦੂਸਰੀ ਮੈਂ ਮਾਂ? ਦੂਸਰੀ ਮਾਂ ਚ ਮੇਰੀ 2 ਭੈਣਾਂ ਮੇਰੇ ਨਾਲ ਅੱਛਾ। ਉਹ ਵੀ ਤੇ ਆਪਣੇ ਜਿਨ੍ਹਾਂ ਦੀਆਂ ਘਰਾਂ ਦੇ ਸ਼ਾਦੀਆਂ ਵਿੱਚ ਕੀਤੀਆਂ ਨੇ ਉਹ ਤੁਹਾਡੀਆਂ ਉਹ ਪਹਿਲੀ ਮਾਂ ਵਾਲੀਆਂ ਨਹੀਂ ਨੇ? ਮੇਰੀਆਂ ਸਕੀਆਂ 2 ਅੱਛਾ ਭੈਣਾਂ। ਸਕੀਆਂ ਤੁਹਾਡੀਆਂ ਹਾਂਜੀ, ਜਿਹੜੀਆਂ ਸਨ 2 ਭੈਣਾਂ। ਮੇਰੀਆਂ ਸਕੀਆਂ 2 ਭੈਣਾਂ ਵਾ। ਬਾਕੀ ਜਿਹੜੇ ਭੈਣ ਭਰਾ ਵਾ ਉਹ ਪਹਿਲੀ ਸ਼ਾਦੀ ਦੇ ਵਿੱਚ। ਉਸ ਤੋਂ ਬਾਅਦ ਮੇਰਾ ਵਾਲਦ ਬਹੁਤ ਹੋ ਗਿਆ। ਇਹਨਾਂ ਨੇ ਸਾਡੇ ਤੇ ਬਹੁਤ ਜ਼ੁਲਮ ਕੀਤਾ। ਜੇ ਸਾਡੇ ਤੇ ਕੋਈ ਹੱਥ ਰੱਖਦਾ ਹੀ ਸਿਰ ਤੇ, ਹਾਂਜੀ, ਤੇ ਇਹਨਾਂ ਕੋਲ ਉਹ ਬਰਦਾਸ਼ਤ ਨਹੀਂ ਹੁੰਦਾ ਸੀ ਕਿ ਤੁਸੀਂ ਲੋਕਾਂ ਨੂੰ ਮੰਗਦੇ ਲੈਂਦੇ ਆ ਕਿ ਤੁਸੀਂ ਤੇ ਸਾਨੂੰ ਦਿੰਦੇ ਨਹੀਂ, ਸਾਨੂੰ ਲੋਕੀ ਦਿੰਦੇ ਆ ਤੇ ਤੁਹਾਡੇ ਕੋਲ ਵੀ ਬਰਦਾਸ਼ਤ ਨਹੀਂ ਹੁੰਦਾ। ਕੁਛ ਅੱਲਾ ਦੇ ਨੇਕ ਬੰਦਿਆਂ ਨੇ, ਕੁਛ ਅੱਲਾ ਦੀ ਮਦਦ ਆਈ, ਮੈਂ ਆਪਣੇ ਭੈਣਾਂ ਨੂੰ ਵਿਆਹ ਦਿੱਤਾ ਬਾਜੀ। ਕੁਛ ਮੈਂ ਕਰਜ਼ਾ ਚੁੱਕਿਆ, ਅੱਜ ਵੀ ਮੇਰੇ ਤੇ ਬੈਂਕ ਦਾ ਕਰਜ਼ਾ ਵਾ ਬਾਜੀ। ਮੇਰੇ ਕੋਲ ਬੈਂਕ ਦੇ ਕਾਗਜ਼ਾਤ ਵੀ ਪਏ ਆ, ਸਾਰੀ ਡਿਟੇਲ ਮੇਰੇ ਕੋਲ ਪਈ। ਕੁਛ ਰਿਸ਼ਤੇਦਾਰਾਂ ਕੋਲ ਉਧਾਰ ਲਏ ਸੀ, ਹੁਣ ਮੇਰੀ ਜਾਨ ਖਾਂਦੇ ਆ। ਹਾਂਜੀ, ਤੇ ਘਰ ਆ ਭਾਈ ਕੇ ਇੱਥੇ ਆਂਦੇ ਨੇ ਘਰ? ਘਰ ਆ ਕੇ ਦਰਵਾਜ਼ਾ ਭੰਨਦੇ ਆ, ਉਹਦਾ ਭਲਾ ਕਹਿੰਦੇ ਮੈਂ ਤੁਹਾਨੂੰ ਤੇ ਉਹਨਾਂ ਦੇ ਬਾਜੀ ਨਾਲ ਬਦਤਮੀਜ਼ੀ ਵੀ ਕਰਦੇ ਹੋਣੇ ਨੇ? ਬਦਤਮੀਜ਼ੀ ਕਰਦੇ। ਮੈਂ ਤੁਹਾਨੂੰ ਉਹਨਾਂ ਦੇ ਮੈਸੇਜ ਵੀ ਸੁਣਾ ਸਕਦਾ ਜਿੱਦਾਂ ਦੀਆਂ ਗੰਦੀਆਂ ਗੱਲਾਂ ਕਰਦੇ ਤੇ ਉਹਨਾਂ ਨੂੰ ਜਿਹੜੇ ਬਾਜੀ ਬੰਦੇ। ਫੇਸ ਕਰਦੀ? ਨਹੀਂ ਬਾਜੀ ਮੈਂ ਕੀ ਕਰਾਂ, ਮੈਂ ਤੇ ਪਹਿਲੇ ਹਾਲਾਤਾਂ ਦਾ ਮਾਰਿਆ ਮੈਂ ਸੁਣ ਸੁਣ ਕੇ ਮੈਂ ਵੀ ਬਰਦਾਸ਼ਤ ਕੀਤੇ, ਮੈਂ ਹੋਰ ਬਰਦਾਸ਼ਤ ਕਰ ਲੈਂਦਾ। ਮੈਂ ਕਿਹਾ ਅੱਲਾ ਤੂੰ ਮੇਰਾ ਵਾਰਿਸ ਆ, ਬਾਕੀ ਹੋਰ ਕੋਈ ਸਹਾਰਾ ਨਹੀਂ। ਮੈਂ ਕੰਮ ਤੇ ਆਪਣੇ ਕੰਮ ਕਰਦਾ ਬਾਜੀ, ਥੋੜਾ ਬਹੁਤਾ ਮੈਨੂੰ ਕਿਸੇ ਅੱਲਾ ਦੇ ਬੰਦੇ ਨੇ ਹਮਾਮ ਪਾ ਕੇ ਦਿੱਤਾ। ਅੱਛਾ। 50,000 ਰੁਪਏ ਦਿੱਤਾ ਸੀਗਾ, ਕਹਿੰਦਾ ਯਾਰ ਅੱਲਾ ਆਪਣਾ ਕਰ ਲੈ, ਕਿਉਂਕਿ ਮੈਂ ਆਪਣੀ ਦਿਹਾੜੀ ਵੀ ਕਰਦਾ ਰਿਹਾ, ਮਜ਼ਦੂਰੀ ਕਰਦਾ ਰਿਹਾ। ਅੱਛਾ। ਮੈਂ ਕਿਹਾ ਹੁਣ ਮਜ਼ਦੂਰੀ ਹੁੰਦੀ ਨਹੀਂ ਰਹੀ, ਮੇਰੀ ਕਮਰ ਦਾ ਮਸਲਾ। ਹੂੰ। ਹਾਂਜੀ, ਤੇ ਉਹਨੇ ਮੈਨੂੰ ਦੁਕਾਨ ਪਾ ਕੇ ਦਿੱਤੀ 50,000 ਰੁਪਇਆ
ਤੇ ਮੈਂ ਥੋੜਾ ਬਹੁਤਾ ਤੁਸੀਂ ਜਾ ਕੇ ਦੁਕਾਨ ਵੀ ਮੇਰੀ ਦੇਖ ਸਕਦੇ ਹੋ ਕਿ ਹਾਲਤ ਇਤਨੀ ਅੱਛੀ ਨਹੀਂ ਹੈ, ਬਸ ਗੁਜ਼ਾਰਾ ਕਰਦੇ ਆ। ਹਾਂਜੀ 500 700 600 700 ਰੁਪਇਆ ਬਣਦਾ ਵਾ, ਉਹ ਕੁਛ ਆਟਾ ਲੈ ਆਈਦਾ, ਬੱਚੀ ਦਾ ਦੁੱਧ ਲੈ ਆਈਦਾ ਬਾਜੀ, ਸੌ ਖਰਚਾਤ ਹੈ ਜੀ। ਤੇ ਉਹ ਬਿਜਲੀ ਦੇ ਬਿੱਲ ਹਜੇ ਤੱਕ ਮੇਰੇ ਕੋਲ ਬਾਜੀ 2 ਮਹੀਨੇ ਦਾ ਬਿੱਲ ਨਹੀਂ ਤਿਆਰ ਹੋਇਆ ਦੁਕਾਨ ਦਾ ਕਿਰਾਏ ਦਾ। ਤੇ ਕਿਰਾਏ ਦਾ ਦੁਕਾਨ ਦਾ ਜਿਹੜਾ ਮਾਲਕ ਆ ਉਹ ਕਹਿੰਦਾ ਜੀ 2 ਮਹੀਨੇ ਹੋ ਗਏ ਈਦ ਦਾ ਮੈਨੂੰ ਦਿੱਤਾ ਹੁਣ ਨਹੀਂ ਦਿੱਤਾ, ਉਹ ਕਹਿੰਦਾ ਭਾਈ ਮੇਰਾ ਕਿਰਾਇਆ ਕੱਢੋ। ਮੈਂ ਕਿਹਾ ਯਾਰ ਜਦੋਂ ਅੱਲਾ ਨੇ ਸਬੱਬ ਲਾਤਾ ਮੈਂ ਤੈਨੂੰ ਤੇਰਾ ਕਿਰਾਇਆ ਵੀ ਦੇ ਦੇਣਾ। ਚਲੋ ਅੱਲਾ ਖੈਰ ਕਰੇ, ਕੋਈ ਨਾ ਕੋਈ ਐਸਾ ਸਬਬ ਬਣ ਜਾਏ ਕਿ ਸਾਡੇ ਵੇਖਣ ਵਾਲਿਆਂ ਦੇ ਦਿਲ 'ਚ ਜਿਹੜਾ ਕੋਈ ਅੱਲਾ ਪਾ ਦੇਵੇ ਨਾ ਕਿ ਉਹ ਤੁਹਾਡੀ ਕੋਈ ਮਦਦ ਕਰ ਦੇਵੇ। ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ, ਇੱਕ ਮੈਂ ਵੀਡੀਓ ਵੀ ਤੁਹਾਡੀ ਵੇਖੀ ਸੀ ਲੇਕਿਨ ਵੀਡੀਓ ਨਾਲੋਂ ਜ਼ਿਆਦਾ ਜਿਹੜਾ ਨਾ ਮੈਂ ਹੁਣ ਸੁਣ ਕੇ ਤੇ ਮੇਰਾ ਦਿਲ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਤੁਹਾਡੇ ਹਾਲਾਤ ਵੇਖ ਕੇ। ਆ ਘਰ ਤੁਸੀਂ ਵੇਖ ਸਕਦੇ ਹੋ, ਇਹ ਵੀ ਕਿਸੇ ਦੇ ਘਰ ਰਹਿ ਰਹੇ ਨੇ, ਕੋਈ ਇਹਨਾਂ ਦੀ ਭੈਣ ਹੈ, ਚਾਚੇ ਦੀ ਬੇਟੀ ਹੈ, ਉਹਨਾਂ ਨੇ ਇਹਨਾਂ ਨੂੰ ਇੱਥੇ ਰੱਖਿਆ ਹੋਇਆ ਆਪਣੇ ਘਰ ਦੇ ਵਿੱਚ, ਕਿਉਂਕਿ ਨਾ ਇਹ ਕਿਰਾਇਆ ਦੇ ਸਕਦੇ ਨੇ, ਨਾ ਇਹਨਾਂ ਕੋਈ ਬਿੱਲ ਵਾਸਤੇ ਪੈਸੇ ਨੇ, ਨਾ ਕੋਈ ਆਪਣਾ ਕਾਰੋਬਾਰ ਹੈ ਕਿ ਤਾਂ ਕਿ ਆਪਣਾ ਕਾਰੋਬਾਰ ਕਰਕੇ ਤੇ ਆਪਣਾ ਘਰ ਚਲਾ ਸਕਣ। ਛੋਟੀ ਜੀ ਬੇਟੀ ਹੈ। ਔਰ ਮੈਂ ਬਾਜੀ ਨਾਲ ਕੁਝ ਅਗਰ ਤੁਸੀਂ ਇਜਾਜ਼ਤ ਦਿਓ ਤੇ ਬਾਜੀ ਨਾਲ ਗੱਲ ਕਰ ਸਕਦੀ ਹਾਂ। ਬਾਜੀ ਕਿੰਨਾ ਅਰਸਾ ਹੋ ਗਿਆ ਤੁਹਾਡੀ ਸ਼ਾਦੀ ਨੂੰ? 4 ਸਾਲ ਹੋ ਗਏ ਨੇ। ਤੇ ਭਾਈ ਮਾਈਕ ਅਗਰ ਉਹਨਾਂ ਦੇ ਹੱਥ ਕਿੰਨਾ 4 ਸਾਲ ਹੋ ਗਏ ਨੇ ਤੇ 4 ਸਾਲ ਦੇ ਵਿੱਚ ਤੁਸੀਂ ਕੋਈ ਅੱਛੇ ਪਲ ਗੁਜ਼ਾਰੇ ਹੋਣ ਭਾਈ ਦੇ ਨਾਲ? ਹਾਂਜੀ ਹਾਂਜੀ ਸ਼ੁਰੂ ਤੋਂ ਸੀ ਲੇਕਿਨ ਜਦੋਂ ਕਰਜ਼ਾ ਚੜ ਗਿਆ ਫਿਰ ਉਦੋਂ ਦੇ ਹਾਲਾਤ ਇੰਝ ਹੀ ਨੇ। ਔਰ ਤੁਸੀਂ ਦੱਸ ਰਹੇ ਸੋ ਕਿ ਬੇਟੀ ਦਾ ਵੀ ਕੋਈ ਮਸਲਾ ਹੈ? ਨਹੀਂ ਨਹੀਂ ਕੋਈ ਮਸਲਾ ਨਹੀਂ, ਲੇਕਿਨ ਇਹਨਾਂ ਨੇ ਦੱਸਿਆ ਕਿ ਇੱਕ ਹੀ ਬੇਟੀ ਹੈ ਔਰ ਉਹਦੇ ਨਾਲ ਵੀ ਕੋਈ ਇੰਜ ਦਾ ਕੋਈ ਮਸਲਾ ਹੈ ਕਿ ਉਹ 10 ਸਾਲ ਦੀ ਹੋਏਗੀ ਤੇ ਫਿਰ ਆਪਰੇਸ਼ਨ ਹੋਏਗਾ ਤੇ ਫਿਰ ਉਹ ਬੇਟੀ ਠੀਕ ਹੋਏਗੀ। ਤੇ ਸਾਰੇ ਭੈਣ ਭਰਾ ਜਿੰਨੇ ਵੀ ਵੀਡੀਓ ਨੂੰ ਵੇਖਦੇ ਨੇ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਜਿਹੜਾ ਹੈ ਵਾਇਰਲ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਸ ਬੇਟੀ ਵਾਸਤੇ ਵੀ ਦੁਆ ਕਰੋ, ਇਸ ਬੇਟੀ ਦੇ ਵੀ ਅੱਲਾ ਨਸੀਬ ਅੱਛੇ ਕਰੇ। ਔਰ ਜਿਸ ਤਰ੍ਹਾਂ ਕਿ ਭਾਈ ਨੇ ਆਪਣੀ ਸਾਰੀ ਤਕਲੀਫ ਦੱਸੀ ਹੈ ਤੇ ਭਾਈ ਦਾ ਵੀ ਕੋਈ ਨਾ ਕੋਈ ਹੱਲ ਜਿਹੜਾ ਹੈ ਤੁਸੀਂ ਸਾਰੇ ਭੈਣ ਭਰਾ ਮਿਲ ਕੇ ਜਿਹੜਾ ਹੱਲ ਕਰੋ, ਕਿਉਂਕਿ ਕਾਫੀ ਐਸੇ ਲੋਕ ਨੇ ਜਿਹੜੇ ਓਵਰਸੀਜ਼ ਨੇ ਜਿਨ੍ਹਾਂ ਨੂੰ ਖੁਦਾ ਨੇ ਬਹੁਤ ਜ਼ਿਆਦਾ ਦਿੱਤਾ ਹੋਇਆ ਔਰ ਕੁਝ ਲੋਕਾਂ ਦੇ ਦਿਲ ਵੀ ਐਸੇ ਬਣਾਏ ਹੋਏ ਨੇ ਕਿ ਉਹ ਵਾਕਈ ਕਿਸੇ ਦੀ ਤਕਲੀਫ ਨੂੰ ਆਪਣੀ ਤਕਲੀਫ ਸਮਝਦੇ ਨੇ। ਔਰ ਜਿਹੜੇ ਇੰਜ ਦੇ ਮੇਰੇ ਭੈਣ ਭਰਾ ਕੋਈ ਵੇਖਦੇ ਨੇ ਸਾਡੀ ਵੀਡੀਓ ਨੂੰ, ਉਹ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਕਰੋ, ਇਸ ਭਾਈ ਦੀ ਹੈਲਪ ਕਰੋ ਤੇ ਜਿਹੜੇ ਕਰ ਸਕਦੇ ਨੇ ਉਹ ਜ਼ਰੂਰ ਸਾਡੇ ਨਾਲ ਰਾਬਤਾ ਕਰੋ। ਅਸੀਂ ਜਿਸ ਤਰ੍ਹਾਂ ਕਿ ਤੁਸੀਂ ਵੇਖਦੇ ਹੋ ਕਿ ਹਰ ਵੀਡੀਓ ਦੇ ਨੀਚੇ ਨੰਬਰ ਲਗਾਇਆ ਹੁੰਦਾ ਹੈ, ਉਹ ਸਾਡਾ ਜੈਜ਼ ਕੈਸ਼ ਦਾ ਨੰਬਰ ਵੀ ਹੈ ਔਰ ਸਾਡਾ ਰਾਬਤਾ ਨੰਬਰ ਵੀ ਉਹੀ ਹੈ, ਉਹਦੇ ਤੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਔਰ ਇਸ ਫੈਮਿਲੀ ਵਾਸਤੇ ਰਿਕੁਐਸਟ ਕਰਨੀ ਆ ਹੱਥ ਜੋੜ ਕੇ ਕਿ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੀ ਸਪੋਰਟ ਕਰੋ ਤਾਂ ਕਿ ਇਹ ਵੀ ਕਮ ਸੇ ਕਮ ਆਪਣਾ ਘਰ ਨਹੀਂ ਤੇ ਕੁਛ ਆਪਣੀ ਖੁਸ਼ੀ ਦੇ ਪਲ ਜਿਹੜੇ ਨੇ ਉਹ ਗੁਜ਼ਾਰ ਸਕਣ, ਕੁਛ ਆਪਣੀ ਜ਼ਿੰਦਗੀ ਨੂੰ ਆਸਾਨ ਕਰ ਸਕਣ। ਜਿਸ ਤਰ੍ਹਾਂ ਕਿ ਬਹੁਤ ਹੀ ਪਰੇਸ਼ਾਨ ਹੈ ਇਸ ਟਾਈਮ, ਖਾਣ ਵਾਸਤੇ ਕੁਛ ਨਹੀਂ। ਅਸੀਂ ਵੇਖਿਆ ਸੀ ਭਾਈ ਨੂੰ ਕਿ ਸੁੱਕੀਆਂ ਰੋਟੀਆਂ ਜਿਹੜੀਆਂ ਟੁਕੜੇ ਜਿਨ੍ਹਾਂ ਨੂੰ ਕੋਈ ਪੁੱਛਦਾ ਵੀ ਨਹੀਂ ਹੈ, ਜਾਨਵਰ ਖਾਂਦੇ ਨੇ, ਉਹਨਾਂ ਰੋਟੀਆਂ ਨੂੰ ਖਾ ਕੇ ਭਾਈ ਨੇ ਗੁਜ਼ਾਰਾ ਕੀਤਾ। ਇੰਜ ਦੇ ਵੀ ਦਿਨ ਭਾਈ ਦੇ ਉੱਤੇ ਆਏ ਨੇ ਤੇ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਨੀ ਆ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕੋਈ ਐਸਾ ਅੱਲਾ ਦਾ ਬੰਦਾ ਕੋਈ ਜਿਹੜਾ ਹੈ ਨਾ ਉਹ ਇਹਨਾਂ ਦੀ ਮਦਦ ਕਰ ਸਕੇ। ਤੇ ਭਾਈ ਤੁਸੀਂ ਅਗਰ ਕੁਝ ਬਾਜੀ ਮਾਈਕ ਦੇ ਮੇਰਾ ਇਹੀ ਹੈ ਕਿ ਮੇਰਾ ਕਰਜ਼ਾ ਉਤਰੇ, ਮੈਨੂੰ ਸਕੂਨ ਹੋਏ, ਮੇਰੀ ਰਾਤਾਂ ਦੀ ਨੀਂਦ ਵਾਪਸ ਆਏ ਨਹੀਂ। ਮੈਂ ਨਮਾਜ਼ 5 ਵਕਤ ਪੜ੍ਹਦਾ ਅੱਲਾ ਕੇ ਇਹੀ ਦੁਆ ਕਰਦਾ ਜਾਂ ਅੱਲਾ इंशाल्लाह मैं जरूर तो हो हज्जों जाएगा। पढ़ के अल्लाह को दुआ करता कि अल्लाह की वसीला दे दे। मैं को दुख दर्द में अपनी, हालांकि मेरी तकलीफ बड़ी है भाजी, मेडिसिन खा के ना अपना गुजारा करते हैं, वो भी मेडिसिन में जो नुकसान दी है डॉक्टर कहते तेरे अंदर इतने खत्म कर देना मेडिसिन खा, वो भी मेरे कहते 2.5 लाख रुपया ऑपरेशन हो के मुजाहिद हॉस्पिटल का फैसला था। अच्छा उन्होंने 2.5 लाख रुपया मंगया प्राइवेट हॉस्पिटल प्राइवेट हॉस्पिटल और सरकारी च कोई गल नहीं सुनता बाजी, इधर नु इधर भेज फलाने पे चल जा फलाने चल जा, बस मेडिसिन लेके दे गल कोई नहीं साडी सुनता। ਅਸੀਂ ਸਾਰੇ ਬਸ ਮੈਂ ਧੱਕੇ ਖਾ ਰਹੇ, ਕਿਸੇ ਦੀ ਗੱਲ ਨਹੀਂ ਸੁਣੀ। ਬਸ ਇਹੀ ਕਿ ਮੇਰਾ ਕਰਜ਼ਾ ਉਤਰ ਜੇ ਬਾਜੀ, ਮੇਰੀ ਜ਼ਿੰਦਗੀ ਸਾਥ ਹੋ, ਬਾਕੀ ਘਰ ਉਹ ਅੱਲਾਹ ਤਾਲਾ ਦੀ, ਜੇ ਅੱਲਾਹ ਤਾਲਾ ਨੂੰ ਮਨਜ਼ੂਰ ਹੋਇਆ ਮੈਨੂੰ ਅੱਲਾਹ ਦੇ ਘਰ ਵੀ ਆਪਣਾ ਦੇਖ ਦੇ। ਬੇਸ਼ੱਕ ਜੇ ਉਹਦੇ ਘਰ ਜ਼ਰੂਰ ਹੋਏਗਾ ਔਰ ਜ਼ਰੂਰ ਤੁਹਾਡੀ ਵੀ ਜ਼ਿੰਦਗੀ ਆਸਾਨ ਹੋਏਗੀ। ਇਹ ਮੇਰੀ ਦੁਆ ਹੈ
ਕਿ ਅੱਲਾਹ ਤਾਲਾ ਕੋਈ ਨਾ ਕੋਈ ਤੁਹਾਡਾ ਸਬਬ ਬਣਾਏ। ਭਾਈ ਤੁਸੀਂ ਰੋਵੋ ਨਾ, ਭਾਈ ਮੁਸਲਸਲ ਰੋ ਰੋ ਕੇ ਸਾਡੇ ਨਾਲ ਗੱਲ ਕਰ ਰਹੇ ਨੇ, ਔਰ ਰੋਂਦਾ ਵੀ ਉਹੀ ਬੰਦਾ ਹੈ ਕਿ ਜਿਹਦੇ ਤੇ ਬੀਤੀ ਹੁੰਦੀ ਹੈ। ਤੇ ਇਸ ਟਾਈਮ ਭਾਈ ਬਹੁਤ ਜ਼ਿਆਦਾ ਪਰੇਸ਼ਾਨ ਨੇ, ਤੇ ਮੈਂ ਮੇਰੇ ਕੋਲ ਤੇ ਅਲਫਾਜ਼ ਨਹੀਂ ਕਿ ਮੈਂ ਕੀ ਹੁਣ ਇਹਨਾਂ ਵਾਸਤੇ ਕਵਾਂ। ਲੇਕਿਨ ਤੁਸੀਂ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਜਿਹੜਾ ਅਗਰ ਨਹੀਂ ਵੀ ਕੋਈ ਹੈਲਪ ਕਰ ਸਕਦਾ, ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰ ਦੇਵੇ। ਸਦਕਾ ਜਾਰੀਆ ਸਮਝ ਕੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ, ਤਾਂ ਕਿ ਭਾਈ ਦੀ ਕਿਸੇ ਪਾਸੋਂ ਕੋਈ ਨਾ ਕੋਈ ਮਦਦ ਆ ਸਕੇ। 6 ਲੱਖ ਰੁਪਇਆ ਕਰਜ਼ਾ ਹੈ, ਬਾਕੀ ਇਹਨਾਂ ਦੇ ਘਰ ਦੇ ਵੀ ਹਾਲਾਤ ਤੁਸੀਂ ਵੇਖ ਸਕਦੇ ਹੋ। ਤੇ ਬਰਾਏ ਮਿਹਰਬਾਨੀ ਇਹਨਾਂ ਦੀ ਜਲਦ ਤੋਂ ਜਲਦ ਜਿਹੜੀ ਮਦਦ ਕੀਤੀ ਜਾਏ। ਅੱਲਾਹ ਹਾਫਿਜ਼।